ਹਸਤ ਖੇਲਤ ਤੇਰੇ ਦਿਉਰੇ ਆਇਆ। ਸਾਖੀ ਨੰਬਰ 17। ਭਾਈ ਆਲਮ ਨਾਮੀ ਇੱਕ ਸੇਵਕ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਅਕਸਰ ਅੰਮ੍ਰਿਤਸਰ ਆਉਂਦਾ ਜਾਂਦਾ ਸੀ। ਨਾਲ ਹੀ ਇਸ ਦੀ ਜੀਵਨ ਸਾਥਣ ਵੀ ਗੁਰੂ ਦਰਬਾਰ ਵਿੱਚ ਆਉਂਦੀ ਰਹਿੰਦੀ ਸੀ। ਇਹ ਦੋਵੇਂ ਤਨੋਂ ਮਨੋਂ ਸੰਗਤਾਂ ਦੀ ਸੇਵਾ ਕਰਕੇ ਖੁਸ਼ੀ ਅਨੁਭਵ ਕਰਦੇ ਸਨ। ਸਾਖੀਆਂ ਮੁਤਾਬਕ ਇਹਨਾਂ ਦੇ ਘਰ ਕੋਈ ਬੱਚਾ ਪੈਦਾ ਨਹੀਂ ਹੋਇਆ। ਬੀਬੀ ਆਪਣੇ ਪਤੀ ਨੂੰ ਬਹੁਤ ਵਾਰੀ ਕਹਿ ਚੁੱਕੀ ਸੀ ਕਿ ਸਤਿਗੁਰੂ ਝੋਲੀਆਂ ਭਰਨ ਵਾਲੇ, ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਹਨ। ਤੁਸੀਂ ਇਹਨਾਂ ਤੋਂ ਪੁੱਤਰ ਦੀ ਦਾਤ ਮੰਗੋ। ਭਾਈ ਆਦਮ ਸਦਾ ਟਾਲਦੇ ਰਹਿੰਦੇ। ਗੁਰੂ ਸਾਹਿਬ ਅੱਗੇ ਕਦੀ ਆਪਣੀ ਮੰਗ ਨਾ ਰੱਖੀ। ਇਸੇ ਤਰ੍ਹਾਂ ਬਹੁਤ ਲੰਮਾ ਸਮਾਂ ਬੀਤ ਗਿਆ। ਸਰੀਰ ਬੁਢਾਪੇ ਵਿੱਚ ਪ੍ਰਵੇਸ਼ ਕਰ ਗਿਆ। ਆਖਰੀ ਵਾਰੀ ਇਹ ਦੋਵੇਂ ਫਿਰ ਅੰਮ੍ਰਿਤਸਰ ਆਏ। ਭਾਈ ਆਦਮ ਨੇ ਤਾਂ ਇਸ ਵਾਰੀ ਵੀ ਪੁੱਤਰ ਦੀ ਦਾਤ ਨਾ ਮੰਗੀ, ਪਰ ਬੀਬੀ ਹਿੰਮਤ ਕਰਕੇ ਗੁਰੂ ਸਾਹਿਬ ਅੱਗੇ ਜਾ ਫਰਿਆਦੀ ਹੋਈ। ਮਹਾਰਾਜ, ਬਹੁਤ ਅਰਸਾ ਹੋ ਗਿਆ ਦਰਸ਼ਨਾਂ ਲਈ ਆਉਂਦਿਆਂ ਨੂੰ ਅਤੇ ਸੇਵਾ ਕਰਦਿਆਂ ਨੂੰ। ਤੁਹਾਡੇ ਕੋਲੋਂ ਕਦੀ ਕੁਝ ਨਹੀਂ ਮੰਗਿਆ। ਹੁਣ ਉਮਰ ਦਾ ਆਖਰੀ ਪੜਾਅ ਆ ਗਿਆ ਹੈ। ਸਾਡੇ ਘਰ ਔਲਾਦ ਕੋਈ ਨਹੀਂ ਹੈ। ਤੁਸੀਂ ਰਹਿਮਤਾਂ ਦੇ ਮਾਲਕ ਹੋ, ਪੁੱਤਰ ਦੀ ਦਾਤ ਬਖਸ਼ੋ। ਸਤਿਗੁਰੂ ਜੀ ਨੇ ਬੀਬੀ ਦੀ ਗੱਲ ਧਿਆਨ ਨਾਲ ਸੁਣੀ ਤੇ ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਗਏ। ਇੰਨੇ ਨੂੰ ਪਿੱਛੋਂ ਭਾਈ ਆਦਮ ਵੀ ਆ ਕੇ ਖਲੋ ਗਿਆ। ਕੁਝ ਸਮੇਂ ਮਗਰੋਂ ਗੁਰੂ ਜੀ ਨੇ ਨੇਤਰ ਖੋਲ੍ਹੇ। ਆਖਣ ਲੱਗੇ, ਸਾਖੀ ਮੁਤਾਬਕ, ਭਾਈ ਗੁਰਸਿੱਖੋ, ਅਸੀਂ ਪਰਮੇਸ਼ਰ ਦੀ ਦਰਗਾਹ ਵਿੱਚੋਂ ਪਤਾ ਕੀਤਾ ਹੈ, ਤੁਹਾਡੇ ਕਰਮਾਂ ਵਿੱਚ ਪੁੱਤਰ ਦੀ ਦਾਤ ਨਹੀਂ ਹੈ। ਤੁਹਾਡੀ ਸੇਵਾ ਅਤੇ ਸ਼ਰਧਾ ਭਾਵਨਾ ਨੂੰ ਵੇਖ ਕੇ ਅਸੀਂ ਤੁਹਾਨੂੰ ਨਿਰਾਸ਼ ਨਹੀਂ ਮੋੜਨਾ ਚਾਹੁੰਦੇ। ਹੋਰ ਤਾਂ ਕੋਈ ਸਾਡਾ ਚਾਰਾ ਨਹੀਂ। ਸਾਡੇ ਘਰ 4 ਪੁੱਤਰ ਨਿਰੰਕਾਰ ਨੇ ਲਿਖੇ ਹੋਏ ਹਨ। 3 ਤਾਂ ਪੈਦਾ ਹੋ ਗਏ ਹਨ। ਚੌਥਾ ਪੁੱਤਰ ਜੋ ਅਜੇ ਪੈਦਾ ਹੋਣਾ ਹੈ, ਉਹ ਅਸੀਂ ਤੁਹਾਡੀ ਝੋਲੀ ਵਿੱਚ ਪਾ ਰਹੇ ਹਾਂ। ਜਾਓ, ਤੁਹਾਡੀ ਸੇਵਾ ਕਬੂਲ ਪਈ। ਛੇਤੀ ਹੀ ਤੁਹਾਡੇ ਘਰ ਪੁੱਤਰ ਜਨਮ ਲਵੇਗਾ। ਗੁਰੂ ਜੀ ਦੇ ਵਾਕ ਸੱਤ ਹੋਏ। ਥੋੜ੍ਹੇ ਸਮੇਂ ਮਗਰੋਂ ਇਸ ਦੇ ਘਰ ਲੜਕਾ ਪੈਦਾ ਹੋ ਗਿਆ। ਉਸ ਦਾ ਨਾਮ ਭਗਤਾ ਰੱਖਿਆ ਗਿਆ। ਕਹਾਣੀ ਦੇ ਮੁਤਾਬਕ ਪਾਠਕ ਜਨੋਂ ਧਿਆਨ ਦੇਣਾ। ਪਹਿਲੀ ਗੱਲ ਤਾਂ ਭਾਈ ਆਦਮ ਵਡੇਰੀ ਉਮਰ ਦਾ ਹੋ ਗਿਆ ਸੀ ਕਿ ਉਸ ਦੀ ਪਤਨੀ ਬਿਰਧ ਨਹੀਂ ਹੋਈ ਸੀ। ਕੁਦਰਤ ਦੇ ਨਿਯਮ ਮੁਤਾਬਕ 45 ਕੁ ਸਾਲ ਦੀ ਉਮਰ ਤੋਂ ਬਾਅਦ ਔਰਤ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ। ਇਸ ਉਮਰ ਵਿੱਚ ਬੱਚੇ ਪੈਦਾ ਕਰਨ ਵਾਲੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇੱਕ ਤਾਂ ਗੁਰੂ ਜੀ ਨੇ ਆਸ਼ੀਰਵਾਦ ਦੇ ਕੇ ਗੈਰ ਕੁਦਰਤੀ ਕੰਮ ਕੀਤਾ, ਬੁੱਢੀ ਔਰਤ ਨੂੰ ਜਣੇਪੇ ਵਿੱਚ ਔਖੀ ਕੀਤਾ। ਦੂਜੀ ਗੱਲ, ਬੱਚਾ ਗੁਰੂ ਰਾਮਦਾਸ ਜੀ ਨੇ ਆਪਣਾ ਬਖਸ਼ ਦਿੱਤਾ ਜੋ ਅਜੇ ਪੈਦਾ ਹੋਣਾ ਸੀ। ਕੀ ਇਸ ਤਰ੍ਹਾਂ ਬੱਚੇ ਟਰਾਂਸਫਰ ਹੋ ਸਕਦੇ ਹਨ? ਕੀ ਬੁੱਢੀਆਂ ਮਾਈਆਂ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ? ਇਹਨਾਂ ਕਹਾਣੀਆਂ ਦੀ ਬਦੌਲਤ ਹੀ ਤਾਂ ਸਾਧ ਸੰਤ ਪੁੱਤਰ ਬਖਸ਼ ਰਹੇ ਹਨ। ਜਾਂ ਤੇ ਸਤਿਗੁਰੂ ਆਪਣੇ ਘਰ ਪੈਦਾ ਹੋਇਆ ਇੱਕ ਪੁੱਤਰ ਉਹਨਾਂ ਨੂੰ ਦੇ ਦਿੰਦੇ, ਗੱਲ ਮੰਨੀ ਜਾ ਸਕਦੀ ਸੀ। ਪਰ ਅਣਜੰਮਿਆ ਪੁੱਤਰ ਦੂਜੇ ਨੂੰ ਤਬਦੀਲ ਕਰਨਾ ਕੁਝ ਕਚਿਆਣ ਜਿਹੀ ਪੈਦਾ ਕਰਦਾ ਹੈ। ਭਾਈ, ਗੱਲ ਹਜਮ ਨਹੀਂ ਹੋ ਰਹੀ। ਕੀ ਗੁਰੂ ਸਾਹਿਬ ਅਜਿਹੇ ਕੰਮਾਂ ਲਈ ਹੀ ਸੰਸਾਰ 'ਤੇ ਆਏ ਸਨ? ਜਦੋਂ ਡਾਕਟਰ ਰਤਨ ਸਿੰਘ ਜੱਗੀ ਲਿਖਤ ਸਿੱਖ ਪੰਥ ਵਿਸ਼ਵਕੋਸ਼ ਵਿੱਚ ਭਾਈ ਭਗਤੂ ਵਾਲਾ ਇੰਦਰਾਜ ਪੜ੍ਹੀਏ ਤਾਂ ਉੱਥੇ ਹੋਰ ਵੀ ਹਸਾਉਣੀਆਂ ਗੱਲਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਭਾਵ ਕਿ ਬੁੱਢੇ ਨੂੰ ਕੇਵਲ ਮਜ਼ਾਕ ਕੀਤਾ ਸੀ ਕਿ ਹੁਣ ਵਿਆਹ ਕਦੋਂ ਕਰਵਾਉਣਾ ਹੈ। ਜਦੋਂ ਵਿਚਾਰਾ ਘਬਰਾ ਗਿਆ, ਸੋਚਾਂ ਵਿੱਚ ਗੁੰਮ-ਸੁੰਮ ਰਹਿਣ ਲੱਗਿਆ, ਤਾਂ 6ਵੇਂ ਪਾਤਸ਼ਾਹ ਨੇ ਆਖਿਆ ਕਿ ਅਸੀਂ ਤਾਂ ਮਜ਼ਾਕ ਕੀਤਾ ਸੀ, ਉਦਾਸੀ ਛੱਡ, ਖੁਸ਼ ਰਿਹਾ ਕਰ। ਇਹਨਾਂ ਸਾਖੀਆਂ ਬਾਰੇ ਤੁਹਾਡਾ ਕੀ ਵਿਚਾਰ ਹੈ? ਹੱਸਣ ਦਾ ਇਰਾਦਾ ਹੈ ਕਿ ਗੁੰਮ-ਸੁੰਮ ਹੋਣ ਦਾ? ਆਖੋ ਸਤਨਾਮ। ਹਸਤ ਖੇਲ ਤੇਰੇ ਦਿਉਰੇ ਆਇਆ। ਸਾਖੀ ਨੰਬਰ 18। ਸਾਖੀਆਂ ਦੇ ਨਾਮ ਹੇਠ ਸਟੇਜਾਂ 'ਤੇ ਵਾਹਵਾ ਹਾਸਾ ਠੱਠਾ ਹੁੰਦਾ ਹੈ। ਸੁਣਾਉਣ ਵਾਲਾ ਖੁਦ ਹਾਸੋਹੀਣੀਆਂ ਗੱਲਾਂ ਸੁਣਾਉਂਦਾ ਹੈ। ਜੇ ਉਸ ਨਾਲ ਇਸ ਬਾਰੇ ਕੋਈ ਜਾਗਰੂਕ ਸਿੱਖ ਗੱਲਬਾਤ ਕਰਨੀ ਚਾਹੇ ਤਾਂ ਸ਼ਰਧਾਹੀਣ ਹੈ, ਨਾਸਤਕ ਹੈ, ਇਹ ਕਹਿ ਕੇ ਸਵਾਲ ਕਰਨ ਵਾਲੇ ਦੀ ਜ਼ੁਬਾਨ ਬੰਦ ਕਰਨੀ ਚਾਹੁੰਦਾ ਹੈ। ਸਾਖੀਆਂ ਤਾਂ ਬਹੁਤ ਹਨ, ਸਾਰੀਆਂ 'ਤੇ ਵਿਚਾਰ ਕਰਨੀ ਤਾਂ ਸੰਭਵ ਨਹੀਂ ਹੈ। ਇਉਂ ਕਰਨ ਨਾਲ ਤਾਂ ਹਜ਼ਾਰਾਂ ਪੰਨੇ ਲਿਖੇ ਜਾਣਗੇ। ਪਹਿਲਾਂ ਲਿਖਣੇ ਔਖੇ, ਫਿਰ ਛਪਾਈ ਦੇ ਖਰਚੇ। ਇਹ ਤਾਂ ਕਮਰ ਤੋੜ ਮਸਲਾ ਹੈ। ਸਮਝਦਾਰ ਬੰਦੇ ਲਈ ਇਸ਼ਾਰਾ ਹੀ ਕਾਫੀ ਹੈ। ਖੈਰ, ਅਗਲੀ ਸਾਖੀ ਇੱਕ ਮਲੰਗ ਸਾਧ ਮੋਹਣ ਦੀ ਹੈ। ਗੋਇੰਦਵਾਲ ਵਿਖੇ ਕਹਿੰਦੇ ਨੇ ਚੁਬਾਰੇ ਵਿੱਚ ਬੈਠਾ ਭਗਤੀ ਤਪੱਸਿਆ ਕਰਕੇ ਸਮਾਂ ਬਰਬਾਦ ਕਰ ਰਿਹਾ ਸੀ।
ਇਹ ਗੁਰੂ ਅਮਰਦਾਸ ਦਾ ਪੁੱਤਰ ਸੀ, ਪਰ ਗੁਰੂ ਹੁਕਮਾਂ ਤੋਂ ਬਾਗੀ ਸੀ। ਇਸ ਸ਼ਖਸ ਬਾਰੇ ਭਾਈ ਗੁਰਦਾਸ ਨੇ ਵਾਰਾਂ ਵਿੱਚ ਸਾਫ਼ ਲਿਖਿਆ ਹੋਇਆ ਹੈ, ਮੋਹਣ ਕਮਲਾ ਹੋਇਆ ਚੌਬਾਰਾ ਮੋਹਰੀ ਮਨਾਇਆ। ਇਸ ਕਮਲੇ ਮੋਹਣ ਦੀ ਸਾਡੇ ਸਾਖੀਕਾਰਾਂ ਨੇ ਖੂਬ ਤਾਰੀਫ ਕੀਤੀ ਹੈ, ਇੱਥੋਂ ਤੱਕ ਕਿ ਇਸ ਤੋਂ ਪੋਥੀਆਂ ਗੁਰਬਾਣੀ ਦੀਆਂ ਲੈਣ ਵਾਸਤੇ ਪਹਿਲਾਂ ਭਾਈ ਗੁਰਦਾਸ ਜੀ ਗਏ, ਫਿਰ ਖਾਲੀ ਹੱਥ ਪਰਤ ਆਏ, ਫਿਰ ਬਾਬਾ ਬੁੱਢਾ ਜੀ ਨੂੰ ਭੇਜਿਆ, ਉਹ ਵੀ ਨਿਰਾਸ਼ ਹੋ ਕੇ ਵਾਪਸ ਆ ਗਏ। ਇਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਅੰਮ੍ਰਿਤਸਰ ਤੋਂ ਨੰਗੇ ਪੈਰੀਂ ਚੱਲਦੇ ਹੋਏ ਗੋਇੰਦਵਾਲ ਪਹੁੰਚ ਗਏ। ਮੋਹਣ ਦੇ ਚੁਬਾਰੇ ਹੇਠਾਂ ਬੈਠ ਕੇ ਮੋਹਣ ਦੀ ਪ੍ਰਸ਼ੰਸਾ ਦੇ ਸ਼ਬਦ ਗਾਏ। ਮੋਹਣ ਦੀ ਸਮਾਧੀ ਖੁੱਲ੍ਹੀ ਤੇ ਖੁਸ਼ ਹੋ ਕੇ ਗੁਰੂ ਅਰਜਨ ਸਾਹਿਬ ਨੂੰ ਗੁਰਬਾਣੀ ਦੀਆਂ ਪੋਥੀਆਂ ਸੌਂਪ ਦਿੱਤੀਆਂ। ਸਾਖੀਕਾਰਾਂ ਨੇ ਭਾਈ ਗੁਰਦਾਸ ਦੀ ਆਖੀ ਗੱਲ ਨਹੀਂ ਮੰਨੀ, ਗੁਰੂ ਅਰਜਨ ਸਾਹਿਬ ਦੀ ਅਜ਼ਮਤ ਦਾ ਖਿਆਲ ਨਾ ਕੀਤਾ। ਪਾਵਨ ਗੁਰਬਾਣੀ ਗੁਰੂ ਕੋਲ ਨਾ ਹੋ ਕੇ ਇਸ ਕਮਲੇ ਸਾਧ ਮੋਹਣ ਕੋਲ ਕਿਵੇਂ ਚਲੀ ਗਈ? ਹੈ ਨਾ ਹਨੇਰਗਰਦੀ। ਜੋ ਸ਼ਬਦ ਮੋਹਣ ਬਾਰੇ ਲਿਖਿਆ ਜਾਂ ਗਾਇਆ ਗਿਆ ਹੈ ਉਹ ਨਿਰੰਕਾਰ ਬਾਰੇ ਹੈ। ਮੋਹਣ ਸ਼ਬਦ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਵਰਤਿਆ ਹੈ। ਤਦੋਂ ਤਾਂ ਇਹ ਚੁਬਾਰੇ ਵਾਲਾ ਮੋਹਣ ਜੰਮਿਆ ਵੀ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ ਆਪਣੀ ਸਾਰੀ ਬਾਣੀ ਅਤੇ ਭਗਤਾਂ ਦੀ ਬਾਣੀ ਗੁਰੂ ਅੰਗਦ ਸਾਹਿਬ ਦੇ ਹਵਾਲੇ ਕਰ ਦਿੱਤੀ। ਉਹਨਾਂ ਤੋਂ ਅੱਗੇ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈ, ਫਿਰ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਸਾਹਿਬ ਨੂੰ ਮਿਲੀ। ਬਹੁਤ ਸਮਾਂ ਹੋ ਗਿਆ ਹਾਸੋਹੀਣੀਆਂ ਕਹਾਣੀਆਂ ਸੁਣਦੇ ਸੁਣਾਉਂਦਿਆਂ ਨੂੰ। ਹੁਣ ਹੱਸਦੇ ਹੋਏ ਇਹਨਾਂ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾ ਲਈਏ ਤਾਂ ਕਿ ਸਿੱਖਾਂ ਦੀ ਆਪਣੀ ਅਤੇ ਗੁਰੂ ਅਰਜਨ ਸਾਹਿਬ ਦੀ ਅਜ਼ਮਤ ਮਹਿਫੂਜ਼ ਰਹਿ ਸਕੇ। ਅਸੀਂ ਸਮਾਜ ਦੇ ਵਿੱਚ ਮਜ਼ਾਕ ਦੇ ਪਾਤਰ ਨਾ ਬਣੀਏ। ਆਖੋ ਸਤਿਨਾਮ।